ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਇਸ ਪੰਜਾਬੀ ਬੁਲਟਨ 'ਚ ਸਵਾਗਤ ਹੈ ਤੇ ਆਓ ਨਜ਼ਰ ਮਾਰਦੇ ਹਾਂ ਕੁਝ ਖਾਸ ਖਬਰਾਂ ਤੇ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਬਿੱਲਾਂ ਦੇ ਹੋ ਰਹੇ ਵਿਰੋਧ ਦਰਮਿਆਨ ਦਿੱਤਾ ਬਿਆਨ। ਕਿਹਾ ਜੋ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਨੇ ਉਹ ਕਿਸਾਨ ਨਹੀਂ, ਕਾਂਗਰਸ ਤੇ ਵੀ ਸਾਧਿਆ ਨਿਸ਼ਾਨਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਤੇ ਸਾਧਿਆ ਨਿਸ਼ਾਨਾ। ਕਿਹਾ ਸੁਖਬੀਰ ਸਿੰਘ ਬਾਦਲ ਕਿਸਾਨੀ ਸੰਘਰਸ਼ ਨੂੰ ਤਾਰੀ ਪੀੜੋ ਕਰਨ ਦੀ ਕਰ ਰਹੇ ਨੇ ਕੋਸ਼ਿਸ਼। ਭਾਰਤ 'ਚ ਮਹਾਮਾਰੀ ਦਾ ਕਹਿਰ ਜਾਰੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 75,083 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਤੇ 1,053 ਲੋਕਾਂ ਦੀ ਹੋਈ ਮੌਤ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਰਾਜ ਸਭਾ ਵਿੱਚ ਤੀਸਰਾ ਖੇਤੀ ਬਿੱਲ ਵੀ ਪਾਸ ਕਰ ਦਿੱਤਾ ਗਿਆ ਹੈ। ਰਾਜ ਸਭਾ ਨੇ ਅਨਾਜ, ਦਾਲਾਂ, ਤੇਲ, ਬੀਜ, ਖਾਣਯੋਗ ਤੇਲ, ਪਿਆਜ਼ ਤੇ ਆਲੂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਹਟਾਉਣ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਧਰ ਕਿਸਾਨ ਬਿੱਲ ਤੇ ਵਿਰੋਧੀ ਧਿਰ ਦੇ ਬਵਾਲ ਵਿਚਾਲੇ ਖੇਤੀਬਾੜੀ ਮੰਤਰੀ NS ਤੋਮਰ ਨੇ ਵਿਰੋਧੀ ਧਿਰ ਤੇ ਪਲਟਵਾਰ ਕੀਤਾ। ਖੇਤੀਬਾੜੀ ਮੰਤਰੀ NS ਤੋਮਰ ਦੇ ਸਦਨ ਵਿੱਚ ਖੇਤੀਬਾੜੀ ਬਿੱਲ ਤੇ ਵਿਰੋਧੀ ਧਿਰ ਦੇ ਵਿਰੋਧ 'ਚ ਕਿਹਾ ਜੋ ਸੜਕ ਤੇ ਪ੍ਰਦਰਸ਼ਨ ਕਰ ਰਹੇ ਹੋ ਕਿਸਾਨ ਨਹੀਂ, ਇਹ ਹੋਰ ਕੋਈ ਨਹੀਂ ਜਾਣਦਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਦੰਦ ਖਾਂਦੇ ਹੋਰ ਦਿਖਾਉਂਦੇ ਹੋਰ। ਉਹ ਸਦਨ ਵਿੱਚ ਇੱਕ ਗੱਲ ਕਹਿੰਦੇ ਨੇ ਕਿ ਦੂਜੀ ਵਾਰ ਵਿਰੋਧੀ ਕਰਨ ਵਾਲੇ ਕਿਸਾਨ ਨਹੀਂ ਹਨ, ਉਹ ਕਾਂਗਰਸ ਨਾਲ ਸੰਬੰਧਿਤ ਨੇ। ਰਾਸ਼ਟਰ ਇਹ ਜਾਣਦਾ ਹੈ ਸੁਧਾਰ ਕਿਸਾਨਾਂ ਦੀ ਮਦਦ ਕਰੇਗਾ ਤੇ ਉਹਨਾਂ ਦੀ ਕਮਾਈ ਨੂੰ ਵਧਾਏਗਾ। ਜ਼ਿਕਰਯੋਗ ਹੈ ਕਿ ਖੇਤੀ ਕਿਸਾਨੀ ਨਾਲ ਸੰਬੰਧਿਤ 2 ਬਿੱਲ ਨੂੰ ਰਾਜ ਸਭਾ ਵਿੱਚੋਂ ਪਾਸ ਕਰਵਾ ਦਿੱਤਾ ਗਿਆ। ਇਸ ਦੌਰਾਨ ਸੰਸਦ 'ਚ ਵਿਰੋਧੀ ਦਲਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਇੰਨਾ ਹੀ ਨਹੀਂ, ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਵੰਸ਼ ਨਾਰਾਇਣ ਨੂੰ ਘੇਰ ਲਿਆ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਉਲੰਘਣਾ ਵੀ ਕੀਤੀ ਗਈ ਹੈ, ਜਿਸ ਦੇ ਲਈ ਬੀਜੇਪੀ ਨੇ ਵਿਰੋਧੀ ਦਲਾਂ ਦੀ ਕਾਫੀ ਆਲੋਚਨਾ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਬੰਦ ਦੇ ਸੱਦੇ ਵਾਲੇ ਦਿਨ ਹੀ ਅਕਾਲੀ ਦਲ ਸੂਬਾ ਪੱਧਰੀ ਚੱਕਾ ਜਾਮ ਦੇ ਲਏ ਗਏ ਨੇ। ਫੈਸਲੇ ਨੂੰ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਇੱਕ ਹੋਰ ਢੀਠਤਾ ਭਰੀ ਕੋਸ਼ਿਸ਼ ਕਰਾਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਆਪਣੇ ਭਾਈਵਾਲਾਂ ਦੇ ਇਸ਼ਾਰੇ ਤੇ ਕਿਸਾਨਾਂ ਦੇ ਸੰਘਰਸ਼ ਨੂੰ ਸਾਬੂਤੋਜ ਕਰਨ ਲਈ ਇਹ ਕਦਮ ਚੁੱਕ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ ਅਤੇ ਉੱਥੇ ਭਾਜਪਾ ਨੇਤਾਵਾਂ ਤੇ ਹੋਰਾਂ ਆਗੂਆਂ ਦੇ ਘਰਾਂ ਦੇ ਬਾਹਰ ਚੱਕਾ ਜਾਮ ਕਿਉਂ ਨਹੀਂ ਕਰਦੇ, ਜਿਨ੍ਹਾਂ ਨੇ ਆਪਣੇ ਸੋੜੇ ਸਿਆਸੀ ਮੁਫਾਦ ਲਈ ਪੰਜਾਬ ਦੇ ਕਿਸਾਨਾਂ ਦੇ ਹਿੱਤ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਰਮੀ ਭਰੇ ਢੰਗ ਨਾਲ ਵੇਚ ਦਿੱਤਾ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਹੀ ਕਿਸਾਨਾਂ ਲਈ ਫਿਕਰਮੰਦ ਨੇ ਤਾਂ ਕੇਂਦਰ ਸਰਕਾਰ ਨਾਲੋਂ ਆਪਣਾ ਨਾਤਾ ਤੋੜਨ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੇ ਵਰਦਿਆ ਗਿਆ ਕਿ ਇਹ ਦੋਵੇਂ ਆਗੂ ਕਿਸਾਨਾਂ ਦੀ ਪਿੱਠ ਤੇ ਖੜਨ ਦਾ ਪਖੰਡ ਕਰ ਰਹੇ ਨੇ, ਜਦਕਿ ਅਕਾਲੀ ਦਲ ਦੀ ਭਾਈਵਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਰੋਜੀ ਰੋਟੀ ਨੂੰ ਲੱਤ ਮਾਰੀ ਹੈ। ਰਾਜ ਸਭਾ ਵਿੱਚ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸੜਕਾਂ ਤੇ ਉਤਰ ਕੇ ਪਟਿਆਲਾ ਗੇਟ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ। ਧਰਮਸੋਤ ਨੇ ਰਾਸ਼ਟਰਪਤੀ ਨੂੰ ਕਿਸਾਨ ਵਿਰੋਧੀ ਬਿੱਲ ਤੇ ਸਾਈਨ ਨਾ ਕਰਨ ਦੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਇੱਕ ਦਲਿਤ ਚਿਹਰਾ ਹੈ, ਲਿਹਾਜ਼ਾ ਉਹ ਕਿਸਾਨਾਂ ਦੇ ਦੁੱਖ ਨੂੰ ਸਮਝਣ ਤੇ ਸਾਈਨ ਨਾ ਕਰਨ। ਸ਼੍ਰੋਮਣੀ ਅਕਾਲੀ ਦਲ ਤੇ ਵਾਰ ਕਰਦਿਆਂ ਕਿਹਾ ਕਿ ਪਹਿਲਾਂ ਉਹ ਬੀਜੇਪੀ ਨਾਲ ਨਾਤਾ ਤੋੜਨ, ਫਿਰ ਜੇਲ੍ਹ ਭਰ ਅੰਦੋਲਨ ਦੀਆਂ ਗੱਲਾਂ ਕਰਨ। ਧਰਮਸੋਤ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ, ਕਿਸਾਨ, ਆੜ੍ਹਤੀਆਂ, ਮਜ਼ਦੂਰ ਬਰਬਾਦ ਹੋ ਜਾਵੇਗਾ। ਮੁੱਖ ਮੰਤਰੀ ਪੰਜਾਬ ਵੱਲੋਂ ਕੋਰਟ ਵਿੱਚ ਬਿੱਲ ਨੂੰ ਚੈਲੰਜ ਕਰਨ ਦੇ ਸਮਰਥਨ ਵਿੱਚ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇ ਨੇ। फर्ज बनता है, खिलाकी फर्ज बनता है किसान के कंधे ते आए। किसान साडा अन्नदाता है। ये उन्होंने वड्डे व्यापारियों नूं वाड़ के आ छोटे आड़तीए जदों साडे खत्म हो जाणगे, इन्हां नूं खत्म करना चाहुंदे, आम व्यापारी नूं खत्म करना चाहुंदे है, फिर पूरा देश ते कब्जा करके अडानी मैनूं लगदा किते सरकार भी उन्हां दे हत्थां 'च ना दे देवे, जायदादां दा बोल। और इस करके सानू सुचेत रहना चाहिए। राज्य सभा ते लोक सभा का बिल पास होया धक्के नाल कराया गया और ये दिन काले अखरां 'च हिंदुस्तान के इतिहास लिखा जाएगा। और इस तो बाद मैं एक बेनती करदा कि सब तो वड्डी ताकत हिंदुस्तान की राष्ट्रपति जी ने।
ਮੈਂ ਰਾਸ਼ਟਰਪਤੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਕਿਸਾਨ ਨੂੰ ਬਚਾ ਲਓ। ਹਿੰਦੁਸਤਾਨ ਦਾ ਅੰਨਦਾਤਾ ਹੈ, ਇਹਨੂੰ ਬਚਾ ਲਓ। ਇਹਨਾਂ ਨਾਲ ਧੋਖਾ ਹੋ ਰਿਹਾ ਹੈ। ਇਹ ਆਰਡੀਨੈਂਸ ਰਾਸ਼ਟਰਪਤੀ ਸਾਹਿਬ ਕੋਲ ਜਾਣਾ ਹੈ। ਆਖਰੀ ਇਸ ਨੂੰ ਰੱਦ ਕਰਕੇ ਇੱਕ ਮੋਹਰ ਲਗਾ ਦੇ। ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨਵੇਂ ਖੇਤੀ ਬਿੱਲਾਂ ਖਿਲਾਫ ਅੱਜ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਮੋਟਰਸਾਈਕਲਾਂ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ। ਇਹ ਯਾਤਰਾ ਉਹ ਦਿੱਲੀ ਪਾਰਲੀਮੈਂਟ ਤੱਕ ਕੱਢਣਗੇ। ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰਨਗੇ। ਇਸ ਬਾਬਤ ਪ੍ਰੈਸ ਕਾਨਫਰੰਸ ਕਰਦਿਆਂ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਿੱਲ ਕਿਸਾਨੀ ਵਿਰੋਧੀ ਨੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਅੰਦੋਲਨ ਦੀ ਅਗਵਾਈ ਕਰਨੀ ਚਾਹੀਦੀ ਹੈ। मतलब कि कल नूं फतेहगढ़ साहब तो हज़ारां दी गिणती दे विच मोटरसाइकिलों का एक काफला रोस मार्च करते हुए हत्थां 'च काले झंडे फड़ के पार्लीमेंट घेरन आवांगे दिल्ली। 10 वजे फतेहगढ़ साहब सरहंद GT रोड के उत्ते अनाज मंडी इकत्तर हो के उत्थों दिल्ली नूं कूच करांगे। एंड साडा प्रोटेस्ट है। मैं कल सत्कारयोग पंजाब के मुख मंत्री साहब नूं, कांग्रेस के लीडर नूं नहीं, ਉਹ ਮੁੱਖ ਮੰਤਰੀ ਜਿਹੜਾ ਜੱਟ ਮਹਾਸਭਾ ਦਾ ਕਿਸੇ ਵੇਲੇ ਉਹਨਾਂ ਨੇ ਖੜੀ ਕੀਤੀ ਪੰਜਾਬ ਦੇ ਅੰਦਰ, ਜੱਟ ਮਹਾਸਭਾ ਉਹਦੇ ਪ੍ਰਧਾਨ ਬਣੇ, ਹੁਣ ਫਾਰਮਰ ਪ੍ਰਧਾਨ, ਐਕਸ ਪ੍ਰਧਾਨ ਹੈਗੇ ਆ। ਐਂਡ ਆਪਣੇ ਆਪ ਨੂੰ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ, ਕਿਸਾਨ ਹਤੈਸ਼ੀ ਕਹਾਉਣ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਖੁੱਲ੍ਹਦਿਲੀ ਦੇ ਨਾਲ ਲੋਕ ਇਨਸਾਫ ਪਾਰਟੀ ਵੱਲੋਂ ਅਪੀਲ ਕੀਤੀ ਵੀ ਮੁੱਖ ਮੰਤਰੀ ਸਾਹਿਬ, ਕਿਸਾਨ ਜਥੇਬੰਦੀਆਂ ਆਪੋ ਆਪਣੇ ਪੱਧਰ ਤੇ, ਰਾਜਨੀਤਿਕ ਪਾਰਟੀਆਂ ਆਪੋ ਆਪਣੇ ਪੱਧਰ ਤੇ ਪ੍ਰੋਟੈਸਟ ਕਰ ਰਹੀਆਂ ਨੇ। ਹੁਣ ਆ ਕੱਲੀ ਉਂਗਲ ਆ ਤੇ ਇਹਦੇ ਤੋਂ ਕੋਈ ਕੰਮ ਲੈਣਾ ਹੋਵੇ ਬੜਾ ਔਖਾ। ਜਦੋਂ ਇਹ ਗ੍ਰਿਪ ਬਣ ਜਾਏਗਾ ਨਾ ਤੇ ਅਸੀਂ ਕੇਂਦਰ ਨੂੰ ਝੁਕਾ ਸਕਾਂਗੇ। ਮੈਂ ਅਪੀਲ ਕੀਤੀ ਕਿਸੇ ਕਾਂਗਰਸੀ ਲੀਡਰ ਨੂੰ ਨਹੀਂ, ਪੰਜਾਬ ਦੇ ਮੁੱਖ ਮੰਤਰੀ ਤੇ ਜੱਟ ਮਹਾਸਭਾ ਦੇ ਫਾਊਂਡਰ ਜਿਨ੍ਹਾਂ ਨੇ ਜੱਟ ਮਹਾਸਭਾ ਖੜੀ ਕੀਤੀ, ਵੀ ਤੁਸੀਂ ਅਗਵਾਈ ਕਿਉਂ ਨਹੀਂ ਕਰਦੇ? ਤੁਸੀਂ ਸਾਰੀਆਂ ਕਿਸਾਨ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਵਿਰੋਧ ਦੇ ਵਿੱਚ ਆ, ਉਹਨਾਂ ਨੂੰ ਇਕੱਠੇ ਕਰਕੇ ਤੁਸੀਂ ਅਗਵਾਈ ਦਿਓ। ਮੁੱਖ ਮੰਤਰੀ ਜੀ ਦੀ ਅਗਵਾਈ, ਮੇਰਾ 100% ਯਕੀਨ, ਵਿਸ਼ਵਾਸ ਕਿ ਕੇਂਦਰ ਸਰਕਾਰ ਡ੍ਰੌਪ ਕਰੇਗੀ ਇਹ ਕਾਨੂੰਨ ਜੇ ਮੁੱਖ ਮੰਤਰੀ ਸਾਹਿਬ ਖੁਦ ਅੱਗੇ ਲੱਗ ਕੇ ਚੱਲ ਪੈਂਦੇ ਆ। ਕਾਦੀਆ 'ਚ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ 2020 ਦਿਨ ਸ਼ੁੱਕਰਵਾਰ ਨੂੰ ਪੰਜਾਬ ਦੀ ਕਿਸਾਨੀ ਬਚਾਉਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ 3 ਬਿੱਲ ਲਿਆਂਦੇ ਨੇ। ਉਹਨਾਂ ਨੂੰ ਵਾਪਸ ਕਰਵਾਉਣ ਵਾਸਤੇ ਕਿਸਾਨ ਮਜ਼ਦੂਰ, ਆੜ੍ਹਤੀ, ਸ਼ਾਹੂਕਾਰ, ਦੁਕਾਨਦਾਰ ਵੀ ਸਾਡਾ ਉਹਨਾਂ ਦਾ ਦੇਣ ਅਤੇ 25 ਤਰੀਕ ਨੂੰ ਪੰਜਾਬ ਬੰਦ ਦੇ ਸੱਦੇ ਵਿੱਚ ਪੂਰਾ ਸਹਿਯੋਗ ਕਰਨ। ਬਠਿੰਡਾ ਵਿੱਚ ਕਿਸਾਨਾਂ ਨਾਲ ਭਰੀ ਬੱਸ ਖੜੇ ਟਰੱਕ 'ਚ ਵੱਜਣ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਤਕਰੀਬਨ 15 ਕਿਸਾਨ ਫੱਟੜ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਚੀਨ ਦੇ ਭਾਰਤ ਨਾਲ ਲੱਗਦੇ ਸਰਹੱਦੀ ਵਿਵਾਦ ਦਾ ਮੁੱਦਾ ਅੰਤਰਰਾਸ਼ਟਰੀ ਚਰਚਾ ਦੀ ਵਿਸ਼ਾ ਵਿੱਚ ਰਿਹਾ। ਕਈ ਦੇਸ਼ਾਂ ਨੇ ਭਾਰਤ ਦਾ ਸਮਰਥਨ ਕੀਤਾ ਤੇ ਚੀਨ ਦੀਆਂ ਕਾਰਵਾਈਆਂ ਦੀ ਨਿੰਦਿਆ ਕੀਤੀ ਹੈ। ਇਸ ਦੌਰਾਨ ਇੱਕ ਜਾਣਕਾਰੀ ਸਾਹਮਣੇ ਆਈ ਹੈ, ਪਿਛਲੇ 3 ਸਾਲਾਂ ਵਿੱਚ ਚੀਨ ਤੋਂ ਭਾਰਤ ਦੀ ਸਰਹੱਦ ਦੇ ਨੇੜੇ 에ਅਰ ਬੇਸ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦੇ ਨਾਲ ਹੀ ਚੀਨੀ ਫੌਜਾਂ ਦੀ ਤਾਇਨਾਤੀ ਤੇ ਭਾਰਤ ਦੀ ਸਰਹੱਦ ਦੇ ਨੇੜੇ ਹੈਲੀਪੋਰਟਸ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਨਿੱਜੀ ਚੈਨਲ ਨੇ ਇੱਕ ਸਟੇਸਰਫਾਰ ਨਾਂ ਦੀ ਗਲੋਬਲ ਜੀਓਪੋਲਿਟਿਕ ਇੰਟੈਲੀਜੈਂਸ ਪਲੇਟਫਾਰਮ ਦੀ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਰਿਪੋਰਟ ਵਿੱਚ ਸੈਟੇਲਾਈਟ ਤਸਵੀਰਾਂ ਦਾ ਵਿਸਥਾਰਿਤ ਵਿਸ਼ਲੇਸ਼ਣ ਕੀਤਾ ਗਿਆ, ਜੋ ਦਰਸਾਉਂਦਾ ਹੈ ਕਿ ਚੀਨ ਦਾ ਸੈਨਿਕ ਬੁਨਿਆਦੀ ਢਾਂਚੇ ਦਾ ਸਿੱਧਾ ਅਸਰ ਭਾਰਤ ਦੀ ਸੁਰੱਖਿਆ ਤੇ ਪੈਣਾ ਹੈ। ਇਸ ਰਿਪੋਰਟ ਦੇ ਲੇਖਕ ਸਿਮਟਾਕ ਦਾ ਕਹਿਣਾ ਹੈ ਕਿ ਲੱਦਾਖ ਦੇ ਅੜਿੱਕੇ ਤੋਂ ਪਹਿਲਾਂ ਭਾਰਤ ਨਾਲ ਲੱਗਦੀ ਸਰਹੱਦ ਤੇ ਚੀਨੀ ਸਹੂਲਤਾਂ ਦੇ ਨਿਰਮਾਣ ਦਾ ਸਮਾਂ ਸੁਝਾਅ ਦਿੰਦਾ ਹੈ ਕਿ ਇਹ ਸਰਹੱਦੀ ਤਣਾਅ ਚੀਨ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਹੈ। ਦੱਸ ਦਈਏ ਕਿ ਇਹ ਰਿਪੋਰਟ ਅਜੇ ਪ੍ਰਕਾਸ਼ਿਤ ਨਹੀਂ ਕੀਤੀ ਗਈ। ਇਸ ਰਿਪੋਰਟ ਦੇ ਅਨੁਸਾਰ ਚੀਨ ਨੇ ਭਾਰਤ ਦੀ ਸਰਹੱਦ ਨੇੜੇ 13ਵੇਂ ਨਵੇਂ ਮਿਲਟਰੀ ਪੋਜੀਸ਼ਨ ਦੀ ਉਸਾਰੀ ਸ਼ੁਰੂ ਕੀਤੀ ਹੈ। ਇਸ ਵਿੱਚ 3 에ਅਰਬੇਸ, 5 ਸਥਾਈ ਰੱਖਿਆ ਅਹੁਦੇ ਤੇ 5 ਹੈਲੀਪੋਰਟਸ ਸ਼ਾਮਲ ਨੇ। ਇਹਨਾਂ ਵਿੱਚੋਂ 4 ਨਵੇਂ ਹੈਲੀਪੋਰਟਸ ਦਾ ਨਿਰਮਾਣ ਮਈ ਵਿੱਚ ਮੌਜੂਦਾ ਲੱਦਾਖ ਸੰਕਟ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ।
ਜੰਮੂ ਪੁਲਿਸ ਨੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਭਾਰਤੀ ਸਰਹੱਦ ਦੇ ਹਥਿਆਰ ਭੇਜਣ ਦੀ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜੰਮੂ ਪੁਲਿਸ ਨੇ ਜੰਮੂ ਦੇ ਅਖਨੂਰ ਸੈਕਟਰ ਦੇ ਅੰਦਰ ਲਗਭਗ 13 ਕਿਲੋਮੀਟਰ ਦੀ ਦੂਰੀ ਤੇ ਪਹੁੰਚਦੇ ਹੋਏ 2 ਖੇਪਾਂ ਨੂੰ ਗ੍ਰਿਫਤਾਰ ਕੀਤਾ ਹੈ। ਜੰਮੂ ਪੁਲਿਸ ਦੇ ਐਸਐਸਪੀ ਸ਼੍ਰੀਧਰ ਪਾਟਿਲ ਅਨੁਸਾਰ ਜੰਮੂ ਪੁਲਿਸ ਅਤੇ ਆਰਮੀ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨੀ ਅਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਜੰਮੂ ਵਿੱਚ ਹਥਿਆਰਾਂ ਦੀ ਇੱਕ ਵੱਡੀ ਖੇਪ ਭੇਜਣ ਦੀ ਫਿਰਾਕ ਵਿੱਚ ਹੈ, ਜਿਸ ਲਈ ਸੁਰੱਖਿਆ ਬਲਾਂ ਨੇ ਜੰਮੂ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ। ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨ ਰਾਤ ਦੌਰਾਨ ਜੰਮੂ ਦੇ ਅਖਨੂਰ ਸੈਕਟਰ ਦੇ ਸੁਹੇਲ ਖੱਡ ਖੇਤਰ ਵਿੱਚ ਤਲਾਸ਼ੀ ਲੈਣ ਵਾਲੇ ਸੁਰੱਖਿਆ ਬਲਾਂ ਨੇ ਰਾਤ 12 ਵਜੇ ਦੇ ਕਰੀਬ ਡਰੋਨ ਦੀ ਆਵਾਜ਼ ਸੁਣੀ। ਜਿਸ ਜਗ੍ਹਾ ਤੋਂ ਇਸ ਡਰੋਨ ਦੀ ਆਵਾਜ਼ ਸੁਣਾਈ ਦਿੱਤੀ, ਉੱਥੇ ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਪੈਕੇਟ ਮਿਲਿਆ। ਇਸ ਪੈਕੇਟ ਦੇ ਮਿਲਣ ਤੋਂ ਬਾਅਦ ਉਸੇ ਖੇਤਰ ਦੀ ਮੁੜ ਤਲਾਸ਼ੀ ਕੀਤੀ ਗਈ, ਜਿੱਥੇ ਸੁਰੱਖਿਆ ਬਲਾਂ ਨੂੰ ਇੱਕ ਹੋਰ ਪੈਕੇਟ ਮਿਲਿਆ। ਜਦੋਂ ਸੁਰੱਖਿਆ ਬਲਾਂ ਨੇ ਇਹਨਾਂ 2 ਪੈਕਟਾਂ ਨੂੰ ਖੋਲ੍ਹਿਆ ਤਾਂ ਇਸ ਵਿੱਚ 2 AK-47 ਅਸਾਲਟ ਰਾਈਫਲਾਂ ਤੇ 3 ਮੈਗਜ਼ੀਨ, 90 ਰਾਉਂਡ ਅਤੇ 1 ਸਟਾਰ ਪਿਸਤੌਲ ਬਰਾਮਦ ਹੋਏ ਨੇ। ਸਾਰੀ ਖੇਪ ਸਭ ਤੋਂ ਪਹਿਲਾਂ ਝੱਗ ਵਿੱਚ ਲਪੇਟ ਕੇ ਇਸ ਤੇ ਟੇਪ ਕੀਤੀ ਗਈ ਸੀ। ਇਸ ਖੇਪ ਨੂੰ ਪੈਰਾਸ਼ੂਟ ਤਾਰ ਨਾਲ ਵੀ ਬੰਨ੍ਹਿਆ ਗਿਆ ਸੀ ਤਾਂ ਜੋ ਇਸ ਦੀ ਲੈਂਡਿੰਗ ਆਸਾਨੀ ਨਾਲ ਹੋ ਸਕੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਾਮਲਾ ਚੁੱਕਣ ਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਇਕਾਈ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਦਫ਼ਤਰ ਅੱਗੇ ਜ਼ਬਰਦਸਤ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਦੀਤੀ ਬੁਲਬੁਲ ਕੌਰ ਆਪਣੇ ਘਰ ਨੂੰ ਵਾਪਸ ਪਰਤ ਆਈ ਹੈ। ਬੁਲਬੁਲ ਕੌਰ ਨੂੰ ਕੁਝ ਦਿਨ ਪਹਿਲਾਂ 2 ਮੁਸਲਿਮ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਸਿਰਸਾ ਨੇ ਦੱਸਿਆ ਕਿ ਬੁਲਬੁਲ ਕੌਰ ਦੇ ਸਹੀ ਸਲਾਮਤ ਘਰ ਪੁੱਜਣ ਦਾ ਮੁੱਖ ਕਾਰਨ ਇਸ ਮਸਲੇ ਤੇ ਸਾਰਿਆਂ ਵੱਲੋਂ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨਾ ਹੈ। ਉਹਨਾਂ ਕਿਹਾ ਕਿ ਉਹ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਪਾਕਿਸਤਾਨੀ ਡੈਸਕ ਦੇ ਇੰਚਾਰਜ ਸ਼੍ਰੀ JP ਸਿੰਘ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਨੇ। ਇਹਨਾਂ ਨੇ ਸਿਰ ਤੋੜ ਯਤਨ ਕੀਤੇ ਨੇ ਤੇ ਹੁਣ ਬੁਲਬੁਲ ਕੌਰ ਵਾਪਸ ਆਪਣੇ ਮਾਪਿਆਂ ਕੋਲ ਪਰਤ ਆਈ ਹੈ। ਗਿਆਨੀ ਪ੍ਰੀਤਮ ਸਿੰਘ ਜੀ ਦੀ ਬੇਟੀ ਬੁਲਬੁਲ ਕੌਰ, ਜਿਸ ਨੂੰ ਅਗਵਾ ਕਰ ਲਿਆ ਗਿਆ ਸੀ, ਅੱਜ ਉਹ ਵਾਪਸ ਆਪਣੇ ਘਰ ਪਹੁੰਚੀ ਆ। ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਮੁਹਿੰਮ ਅੰਦਰ ਸਾਡਾ ਸਾਥ ਦਿੱਤਾ, ਸਾਡਾ ਪ੍ਰਦਰਸ਼ਨਾਂ ਤੱਕ ਸਾਥ ਦਿੱਤਾ, ਹਾਈ ਕਮਿਸ਼ਨ ਤੱਕ ਸਾਥ ਦਿੱਤਾ। ਮੈਂ ਦੇਸ਼ ਦੀ ਸਰਕਾਰ ਦੇ ਅੰਦਰ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਨਾ ਚਾਹੁੰਦਾ, ਖਾਸ ਤੌਰ ਤੇ JP ਸਿੰਘ ਜੀ ਦਾ, ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਇਸ ਲੜਾਈ ਨੂੰ ਲੜਿਆ। ਔਰ ਮੈਂ ਉਹਨਾਂ ਪਰਿਵਾਰਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਅੱਜ ਗੁਰੂ ਸਾਹਿਬ ਦੀ ਆਪ ਦੇ ਬਹੁਤ ਰਹਿਮਤ ਔਰ ਬਖਸ਼ਿਸ਼ ਹੋ ਰਹੀ ਆ, ਕਿਉਂਕਿ ਤੁਸੀਂ ਇੱਕ ਬੱਚੀ ਦੀ ਲੜਾਈ ਲੜੀ, ਇੱਕ ਗ੍ਰੰਥੀ ਦੀ ਬੇਟੀ ਦੀ ਲੜਾਈ ਲੜੀ। ਜਦੋਂ ਬਹੁਤ ਸਾਰੇ ਲੋਕ ਚੁੱਪ ਕਰ ਗਏ ਸੀ, ਡਰ ਕੇ ਘਰ ਬੈਠ ਗਏ ਸੀ, ਉਸ ਵੇਲੇ ਲੜਾਈ ਲੜੀ। ਅੱਜ ਇਸ ਬੁਲਬੁਲ ਕੌਰ ਜੋ ਸਾਡੇ ਘਰ ਵਾਪਸ ਪਹੁੰਚ ਚੁੱਕੀ ਆ, ਮੈਂ ਉਹਦੇ ਪਰਿਵਾਰ ਨੂੰ ਵੀ ਔਰ ਸਾਰੇ ਉਹਨਾਂ ਲੋਕਾਂ ਨੂੰ ਵਧਾਈ ਦਿੰਦਾ ਹੈ ਜਿਨ੍ਹਾਂ ਨੇ ਇਸ ਲੜਾਈ ਅੰਦਰ ਸਾਡਾ ਸਾਥ ਦਿੱਤਾ। ਉਧਰ ਇਸ ਮਾਮਲੇ ਨੂੰ ਲੈ ਕੇ ਇਸਤਰੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਬੀਬੀ ਰਣਜੀਤ ਕੌਰ ਦੀ ਅਗਵਾਈ ਹੇਠ ਮਹਿਲਾ ਵਿੰਗ ਮੈਂਬਰਾਂ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਰਾਹੀਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸਿੱਖ ਲੜਕੀਆਂ ਦੇ ਅਗਵਾ ਹੋਣ ਦੇ ਮਾਮਲਿਆਂ ਤੇ ਨਕੇਲ ਪਾਉਣ, ਨਹੀਂ ਤਾਂ ਫਿਰ ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਉਹਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਇਸ ਮਾਮਲੇ ਤੇ ਚੁੱਪ ਬੈਠਣ ਵਾਲਾ ਨਹੀਂ ਹੈ ਤੇ ਪਾਕਿਸਤਾਨ ਸਰਕਾਰ ਨੂੰ ਆਖਰੀ ਚੇਤਾਵਨੀ ਦੇ ਰਿਹਾ ਹੈ ਕਿ ਉਹ ਆਪਣੇ ਮੁਲਕ ਵਿੱਚ ਹਾਲਾਤ ਸੁਧਾਰੇ ਜਾਂ ਫਿਰ ਕੌਮਾਂਤਰੀ ਪੱਧਰ ਤੇ ਬਦਨਾਮੀ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅੱਜ ਦਾ ਅਸੀਂ ਕੈਂਡਲ ਮਾਰਚ ਰੱਖਿਆ ਸੀ ਕਿਉਂਕਿ ਪਾਕਿਸਤਾਨ ਜਿਸ ਤਰ੍ਹਾਂ 55 ਬੱਚੀਆਂ ਜਿਹੜੀਆਂ ਹੈਗੀਆਂ ਉਹ ਅਗਵਾ ਕਰਕੇ ਉਹਨਾਂ ਧਰਮ ਪਰਿਵਰਤਨ ਕੀਤਾ ਗਿਆ। ਉਹਨਾਂ ਵਿੱਚ ਬੁਲਬੁਲ ਬੱਚੀ ਜਿਹਦਾ ਕਿ ਰੀਸੈਂਟਲੀ ਜਿਹੜੇ ਕਿ ਪੰਜਾ ਸਾਹਿਬ ਦੇ ਗ੍ਰੰਥੀ ਹੈਗੇ ਨੇ ਉਹਨਾਂ ਦੀ ਬੇਟੀ ਵਾਸਤੇ, ਲੇਕਿਨ ਸਾਨੂੰ ਹੁਣੇ ਖਬਰ ਮਿਲੀ ਹੈ ਕਿ ਬੁਲਬੁਲ ਬੱਚੀ ਤੇ ਵਾਪਸ ਆ ਗਈ ਆਪਣੇ ਘਰ ਦੇ ਵਿੱਚ। ਤੇ ਅਸੀਂ ਇਹੀ ਹੋਰ ਵੀ ਬਾਕੀ ਦਰਖਾਸਤ ਕਰਦੇ ਹਾਂ ਉਹਨਾਂ ਨੂੰ, ਜਿਹੜੇ ਬਾਕੀ ਦੇ ਬੱਚਿਆਂ ਨੇ ਵੀ ਆਪਣੇ ਘਰ ਆਉਣ, ਕਿਉਂਕਿ ਇੱਧਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਜਿਹੜਾ ਮੈਮੋਰੈਂਡਮ ਦਿੱਤਾ ਸੀ ਉਹਦੇ ਵਿੱਚ ਆਪਾਂ 24 ਘੰਟੇ ਦਾ ਟਾਈਮ ਦਿੱਤਾ ਸੀ ਕਿ 24 ਘੰਟੇ ਦੇ ਵਿੱਚ ਬੱਚੀ ਵਾਪਸ ਆਣੀ ਚਾਹੀਦੀ ਹੈ। ਅਗਰ ਨਹੀਂ ਆਏਗੀ ਤੇ ਅਸੀਂ ਉਹਦੇ ਦੇ ਅੱਗੇ ਕੋਈ ਵੀ ਐਕਸ਼ਨ ਲੈ ਸਕਦੇ ਹਾਂ। ਤੇ ਅੱਜ ਬੁਲਬੁਲ ਬੱਚੀ ਵਾਪਸ ਆ ਗਈ ਹੈ, ਆਪਾਂ ਉਸ ਬੱਚੀ ਨੂੰ ਘਰ ਆਈ ਹੈ, ਚਲੋ ਉਹਦੇ ਪੇਰੈਂਟਸ ਨੂੰ ਅਸੀਂ ਵਧਾਈ ਵੀ ਦਿੰਦੇ ਹਾਂ ਕਿ ਬੱਚੀ ਵਾਪਸ ਆ ਗਈ, ਕਿਉਂਕਿ ਜਿਨ੍ਹਾਂ ਦਾ ਬੱਚਾ ਜਾਂਦਾ ਉਹ ਪੇਰੈਂਟਸ ਦੇ ਦਿਲ ਤੇ ਕੀ ਬੀਤਦੀ ਹੈ ਇਹ ਤੇ ਕੋਈ ਪੇਰੈਂਟ ਹੀ ਸਮਝ ਸਕਦਾ ਹੈ। ਬਿਲਕੁਲ ਅਸੀਂ ਲੜਾਈ ਲੜਾਂਗੇ, ਜਿਹੜੀਆਂ ਬਾਕੀ ਦੀਆਂ ਬੱਚੀਆਂ ਰਹਿ ਗਈਆਂ ਨੇ ਉਹਨਾਂ ਵਾਸਤੇ ਵੀ ਅਸੀਂ ਹਿਊਮਨ ਰਾਈਟ ਕਮਿਸ਼ਨ ਤੱਕ ਵੀ ਜਾਵਾਂਗੇ ਔਰ ਜਿੱਥੋਂ ਤੱਕ ਲੜਾਈ ਲੜਨੀ ਪਏਗੀ ਸਾਨੂੰ ਅਸੀਂ ਲੜਾਈ ਲੜਾਂਗੇ। ਹਾਂਜੀ ਬਿਲਕੁਲ, ਅੱਜ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਇੱਕ ਛੋਟੇ ਜਿਹੇ ਨੋਟਿਸ ਉੱਪਰ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਨੇ ਔਰ ਲੇਡੀਜ਼ ਵੀ ਔਰ ਜੈਂਟਸ ਵੀ ਸਾਡੇ ਨਾਲ ਆਏ ਨੇ ਔਰ ਬਹੁਤ ਅੱਛਾ ਲੱਗ ਰਿਹਾ। ਇੱਕ ਮੈਸੇਜ ਆ ਰਿਹਾ ਜਿਹਨੂੰ ਕਹਿੰਦੇ ਨੇ ਨਾ ਅਨੇਕਤਾ ਮੇਂ ਏਕਤਾ, क्योंकि सारे अलग अलग धर्म लेकिन आप सारे इकट्ठे हाँ, सारे भारतवासी हाँ और सारे इतने इकट्ठे हाँ और मैं इन्हों का धन्यवाद भी करती हाँ कि इन्होंने आके सानू सपोर्ट की है। इनके साथ कंधे से कंधा मिला करके इनके धरने में शरीक होने के लिए और जो भी जुल्म हुआ है पाकिस्तान में सिख बहनों के साथ हम उसका विरोध करते हैं और बुलबुल के साथ जितनी भी और लड़कियां थी हम हुकूमत पाकिस्तान से ये डिमांड करते हैं कि वो उनको भी छुड़ा करके उनके परिवार के हवाले करे, नहीं तो इस्तीफ़ा दे दे।
ਪਿਛਲੇ 4 ਦਿਨਾਂ ਤੋਂ ਨਵੇਂ ਕਰੋਨਾ ਮਰੀਜ਼ਾਂ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਰੋਜ਼ਾਨਾ ਦੀ ਰਿਕਵਰੀ ਨਾਲ ਇਸ ਉੱਚ ਦਰ ਨੇ ਭਾਰਤ ਨੂੰ ਵਿਸ਼ਵ ਵਿਆਪੀ ਰਿਕਵਰੀ ਦੇ ਮਾਮਲਿਆਂ ਵਿੱਚ ਪਹਿਲੇ ਸਥਾਨ ਤੇ ਪਹੁੰਚਾਇਆ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 75,083 ਨਵੇਂ ਕਰੋਨਾ ਕੇਸ ਦਰਜ ਕੀਤੇ ਗਏ ਨੇ ਤੇ 1,053 ਲੋਕਾਂ ਦੀ ਮੌਤ ਹੋ ਗਈ ਹੈ। ਚੰਗੀ ਖਬਰ ਇਹ ਹੈ ਕਿ ਹੁਣ ਤੱਕ 24 ਘੰਟਿਆਂ ਵਿੱਚ ਰਿਕਾਰਡ 1,468 ਮਰੀਜ਼ ਠੀਕ ਹੋ ਚੁੱਕੇ ਨੇ। ਸਿਹਤ ਮੰਤਰਾਲੇ ਦੀ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਪੀੜਤਾਂ ਦੀ ਗਿਣਤੀ ਹੁਣ ਤੱਕ 55,62,000 ਹੋ ਗਈ ਹੈ। ਇਹਨਾਂ ਵਿੱਚੋਂ 88,935 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 9,75,000 ਹੋ ਗਈ ਹੈ ਤੇ 44,97,000 ਵਿਅਕਤੀ ਠੀਕ ਹੋਏ ਨੇ। ਇਹ ਰਾਤ ਦੀ ਗੱਲ ਹੈ ਕਿ ਮੌਤ ਦਰ ਤੇ ਐਕਟਿਵ ਕੇਸ ਦਰ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ ਘਟ ਕੇ 1.60% ਹੋ ਗਈ ਹੈ। ਇਸ ਤੋਂ ਇਲਾਵਾ ਇਲਾਜ ਦੇ ਅਧੀਨ ਚੱਲ ਰਹੇ ਐਕਟਿਵ ਕੇਸਾਂ ਦੀ ਦਰ ਵੀ ਘਟ ਕੇ 18% ਰਹਿ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 80% ਹੋ ਗਈ ਹੈ। ਭਾਰਤ ਵਿੱਚ ਵਸੂਲੀ ਦੀ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਮਹਾਮਾਰੀ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ 1498 ਨਵੇਂ ਮਰੀਜ਼ ਰਿਪੋਰਟ ਹੋਏ ਨੇ। ਕਰੋਨਾ ਕਾਰਨ ਪੰਜਾਬ ਵਿੱਚ ਹੁਣ ਤੱਕ 1,341 ਲੋਕ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਵਿੱਚੋਂ 77,127 ਮਰੀਜ਼ ਠੀਕ ਹੋ ਚੁੱਕੇ ਨੇ। ਬਾਕੀ 21,288 ਮਰੀਜ਼ ਇਲਾਜ ਦੇ ਅਧੀਨ ਨੇ। ਅੱਜ 1,718 ਮਰੀਜ਼ ਠੀਕ ਹੋ ਕੇ ਘਰ ਨੂੰ ਪਰਤੇ ਨੇ। ਪੀੜਤ 565 ਮਰੀਜ਼ ਆਕਸੀਜਨ ਤੇ 65 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ। ਅੱਜ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 257, ਮੋਹਾਲੀ 227, ਲੁਧਿਆਣਾ 115, ਜਲੰਧਰ 72 ਤੇ ਪਟਿਆਲਾ ਤੋਂ 127 ਨਵੇਂ ਪੋਜ਼ਿਟਿਵ ਮਰੀਜ਼ ਰਿਪੋਰਟ ਹੋਏ ਨੇ। ਹੁਣ ਤੱਕ 2926 ਮਰੀਜ਼ ਦਮ ਤੋੜ ਚੁੱਕੇ ਨੇ। ਰਿਪੋਰਟਾਂ ਹੋਈਆਂ ਨੇ 66 ਮੌਤਾਂ ਵਿੱਚੋਂ 9 ਅੰਮ੍ਰਿਤਸਰ, 1 ਫਤਿਹਗੜ੍ਹ ਸਾਹਿਬ, 9 ਲੁਧਿਆਣਾ, 3 ਬਠਿੰਡਾ, 11 ਜਲੰਧਰ, 9 ਪਟਿਆਲਾ, 6 ਗੁਰਦਾਸਪੁਰ, 3 ਰੋਪੜ, 1 ਕਪੂਰਥਲਾ, 1 ਫਰੀਦਕੋਟ, 1 ਫਾਜ਼ਿਲਕਾ, 3 ਫਿਰੋਜ਼ਪੁਰ, 1 ਮੁਕਤਸਰ ਸਾਹਿਬ, 1 ਮਾਨਸਾ, 1 ਤਰਨਤਾਰਨ, 1 ਸੰਗਰੂਰ, 2 ਮੋਗਾ, 2 ਮੋਹਾਲੀ, 1 ਪਠਾਨਕੋਟ ਤੋਂ ਰਿਪੋਰਟਾਂ ਹੋਈਆਂ ਨੇ। ਕੋਵਿਡ ਵਿਰੁੱਧ ਸੂਬੇ ਦੀ ਲੜਾਈ ਨੂੰ ਹੋਰ ਤੇਜ਼ੀ ਨਾਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਫਤਿਹ ਕਿੱਟ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸੂਬਾ ਸਰਕਾਰ ਘਰ ਜਾਂ ਹਸਪਤਾਲ ਵਿੱਚ ਇਕਾਂਤਵਾਸ ਹੋਏ ਸਾਰੇ ਮਰੀਜ਼ਾਂ ਨੂੰ ਤੁਰੰਤ ਕਿੱਟਾਂ ਵੰਡਣ ਦੀ ਸ਼ੁਰੂਆਤ ਕਰੇਗੀ। ਸੂਬਾ ਸਰਕਾਰ ਵੱਲੋਂ 50,000 ਕਿੱਟਾਂ ਦੇ ਆਰਡਰ ਦਿੱਤੇ ਗਏ ਨੇ, ਜਿਨ੍ਹਾਂ ਵਿੱਚੋਂ 5,000 ਕਿੱਟਾਂ ਪਹਿਲਾਂ ਹੀ ਪ੍ਰਾਪਤ ਹੋ ਗਈਆਂ ਨੇ, ਜਦਕਿ ਬਾਕੀ ਸਪਲਾਈ ਇੱਕ ਹਫ਼ਤੇ ਵਿੱਚ ਮਿਲਣ ਦੀ ਉਮੀਦ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 97 ਹੋਰ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 3892 ਹੋ ਗਈ ਹੈ, ਜਦਕਿ ਇੱਕ ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 121 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਦੱਸਿਆ ਕਿ 1631 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਵਿੱਚੋਂ 97 ਸੈਂਪਲ ਪੋਜ਼ਿਟਿਵ ਪਾਏ ਨੇ, ਜਦਕਿ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ MD ਡਾਕਟਰ SP ਸਿੰਘ ਓਬਰਾਏ ਦੀ ਅਗਵਾਈ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸੇ ਤਹਿਤ ਲੁਧਿਆਣਾ ਵਿੱਚ ਅਫਗਾਨੀ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਰਾਸ਼ਨ ਵੰਡਿਆ ਗਿਆ। ਡਾਕਟਰ SP ਸਿੰਘ ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕਈ ਮਹੀਨਿਆਂ ਤੋਂ ਇਹਨਾਂ 40-45 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਦੋਂ ਲੋਕਡਾਊਨ ਆਉਣ ਲੱਗਿਆ ਹੈ ਉਦੋਂ ਓਬਰਾਏ ਸਾਹਿਬ ਸਾਡੀ ਬਹੁਤ ਮਦਦ ਕਰ ਰਹੇ ਹੈ। ਅਫਗਾਨੀ ਪਰਿਵਾਰਾਂ ਨੂੰ 40-45 ਪਰਾਂ ਰਾਸ਼ਨ ਹਰ ਮਹੀਨੇ ਦਾ ਰਾਸ਼ਨ ਮੁਹੱਈਆ ਕਰਾ ਰਹੇ ਹੈ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਆਪਣੇ ਜ਼ਿੰਦਗੀ ਸਾਡੇ ਨਾਲ ਬਹੁਤ ਮਦਦ ਕਰ ਰਹੇ ਹੈ SP ਓਬਰਾਏ ਸਾਹਿਬ। ਅਸੀਂ ਅਫਗਾਨਿਸਤਾਨ ਕਾਬੁਲ ਰਹਿੰਦੇ ਸੀ, ਕਾਬੁਲ ਸ਼ੋਰ ਬਾਜ਼ਾਰ ਵਿੱਚ। ਕਿੰਨੇ ਸਾਲ ਉੱਥੇ ਰਹੇ ਤੁਸੀਂ? ਸਾਡਾ ਜੰਮਪਲ ਉੱਥੋਂ ਦਾ ਹੀ ਹੈ। ਇਹ ਜਦੋਂ ਉੱਥੇ ਮਾਹੌਲ ਖਰਾਬ ਹੋਇਆ, ਇਹ ਲੜਾਈ ਝਗੜਾ ਲੱਗੇ ਹੋਏ ਹੈ, ਉਦੋਂ ਦੇ ਅਸੀਂ ਇੱਥੇ ਆਏ ਹਾਂ। ਅਸੀਂ ਇੱਥੇ ਰਹਿ ਰਹੇ ਹਾਂ ਆਪਣੇ ਸੇਮ ਟਾਪਰੀ। ਓਬਰਾਏ ਸਾਹਿਬ ਨੇ ਕਾਫੀ ਚਿਰਾਂ ਸਾਡੀ ਮਦਦ ਕਰ ਰਹੇ ਹੈ। ਜਦੋਂ ਦਾ ਲੋਕਡਾਊਨ ਹੋਇਆ ਉਦੋਂ ਦਾ ਰਾਸ਼ਨ ਦੇ ਰਹੇ ਆ ਸਾਨੂੰ। ਉਸ ਤੋਂ ਪਹਿਲੇ ਵੀ ਹਰ ਤਰ੍ਹਾਂ ਦੀ ਸਾਡੀ ਉਹਨਾਂ ਨੇ ਸਹਾਇਤਾ ਮਦਦ ਕੀਤੀ ਹੈ। ਅਸੀਂ SP ਓਬਰਾਏ ਸਾਹਿਬ ਦਾ ਬਹੁਤ ਧੰਨਵਾਦੀ ਹਾਂ। ਮਹਾਰਾਜ ਉਹਨਾਂ 'ਤੇ ਕਿਰਪਾ ਬਣਾਈ ਰੱਖੇ ਕਿ ਉਹ ਤਾਂ ਕਿ ਹਰ ਗਰੀਬ ਦਾ ਇਸੇ ਤਰ੍ਹਾਂ ਭਲਾ करता रहें और महाराज उन्हों का भला करता रहे। मैं अफ़गानिस्तान काबुल का रहने वाला हूँ। शोर बाज़ार में हम रहते थे। सारा अपना कारोबार छोड़ के हम 2012 में आए हैं। वहाँ इस आतंकवादियों की वजह से आए हैं। हमें कहते थे लड़कियाँ हमें दे दो, यहाँ शादी करो लड़कियों की, और हमारे पर वो अत्याचार बहुत करते थे अफ़गानिस्तान काबुल में। हम शोर बाज़ार जो गुरुद्वारा साहब में हमला हुआ है उनके साथ ही रहते थे हम। अब 2012 के यहाँ पर आए हैं। अबराज साहब, डॉक्टर अबराज साहब जो राशन हमें लॉकडाउन में दे रहा है, उनका बहुत धन्यवाद करते हैं कि वो हमारे इस टाइम पर हाथ उन्हें पड़ा है। और गवर्नमेंट ने कुछ नहीं किया हमें, या कांग्रेस सरकार ने या अकालियों ने कुछ नहीं किया। अबराज साहब बस दे रहा है हमें।
ਕੋਰੋਨਾ ਮਹਾਮਾਰੀ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਕਾਰਨ ਸਰਕਾਰ ਨੇ ਜਲੰਧਰ ਵਿੱਚ ਵਾਲੰਟੀਅਰ ਮੈਡੀਕਲ ਸਟਾਫ ਭਰਤੀ ਕੀਤਾ ਹੈ, ਪਰ ਹਾਲੇ ਤੱਕ ਇਹਨਾਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਸਟਾਫ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਕਪੂਰਥਲਾ ਰੋਡ ਜਾਮ ਕੀਤਾ ਹੈ। ਇਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਸਟਾਫ ਵਿੱਚ ਡਾਕਟਰਾਂ, ਨਰਸਾਂ, ਫਾਰਮੇਸੀ ਅਫਸਰ ਅਤੇ ਸਹਾਇਕ ਸਟਾਫ ਸ਼ਾਮਲ ਸੀ, ਜੋ ਕਿ ਕੋਵਿਡ ਕੇਅਰ ਸੈਂਟਰ, ਮੈਰੀਟੋਰੀਅਸ ਸਕੂਲ ਵਿੱਚ, ਸਿਵਲ ਹਸਪਤਾਲ ਅਤੇ ਬਾਕੀ ਕੋਰੋਨਾ ਸੈਂਟਰਾਂ ਵਿੱਚ ਕੰਮ ਕਰ ਰਹੇ ਨੇ। ਇਹਨਾਂ ਮੁਲਾਜ਼ਮਾਂ ਨੂੰ ਮਈ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ, ਜਿਸ ਕਾਰਨ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ। ਚੰਡੀਗੜ੍ਹ 'ਚ ਬੀਜੇਪੀ ਦੇ ਕੁਝ ਆਗੂਆਂ ਵੱਲੋਂ ਚੰਡੀਗੜ੍ਹ ਦੇ ਕਮਿਸ਼ਨਰ ਕੇ ਯਾਦਵ ਦੇ ਪੀਏ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰ ਨਾਲ ਮੁਲਾਕਾਤ ਕਰਨ ਆਏ ਬੀਜੇਪੀ ਦੇ ਆਗੂਆਂ ਨੇ ਉਹਨਾਂ ਦੇ ਪੀਏ ਜਤਿਨ ਸੈਣੀ ਨਾਲ ਧੱਕਾ-ਮੁੱਕੀ ਕੀਤੀ ਹੈ ਤੇ ਉਸ ਨੂੰ ਥੱਪੜ ਮਾਰ ਦਿੱਤਾ ਹੈ। ਪੀੜਤ ਮੁਤਾਬਿਕ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਬੁਰਾ ਭਲਾ ਕਿਹਾ ਤੇ ਥੱਪੜ ਮਾਰਿਆ, ਜਿਸ ਤੋਂ ਬਾਅਦ ਪੁਲਿਸ ਨੇ ਬੀਜੇਪੀ ਕਾਰਕੁਨਾਂ ਨੂੰ ਉੱਥੋਂ ਹਟਾਇਆ, ਜਿਸ ਤੋਂ ਬਾਅਦ ਬੀਜੇਪੀ ਕਾਰਕੁਨ ਧਰਨੇ ਤੇ ਬੈਠੇ ਨੇ। ਉਧਰ ਬੀਜੇਪੀ ਆਗੂਆਂ ਨੇ ਕਿਹਾ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਬਾਬਤ ਕਮਿਸ਼ਨਰ ਨੂੰ ਮਿਲਣ ਆਏ ਸੀ, ਉਹਨਾਂ ਨੇ ਕਿਸੇ ਦੇ ਕੋਈ ਥੱਪੜ ਨਹੀਂ ਮਾਰਿਆ। ਸਵੱਛਤਾ ਸਰਵੇਖਣ 2021 ਤਹਿਤ ਲੁਧਿਆਣਾ ਨਗਰ ਨਿਗਮ ਦੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਬਚਤ ਭਵਨ ਵਿੱਚ ਕੀਤਾ ਗਿਆ, ਜਿਸ ਵਿੱਚ ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਮਮਤਾ ਆਸ਼ੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਸ਼ਮੂਲੀਅਤ ਕੀਤੀ ਹੈ। ਮੇਅਰ ਨੇ ਕਿਹਾ ਕਿ ਸਵੱਛਤਾ ਰੈਂਕਿੰਗ 'ਚ ਸੁਧਾਰ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਲੁਧਿਆਣਾ ਦੇ ਪ੍ਰਤਾਪ ਚੌਂਕ ਨੇੜੇ ਅੱਜ ਸ਼ਾਮ 4 ਹਥਿਆਰਬੰਦ ਲੁਟੇਰੇ ਇੱਕ ਫੈਕਟਰੀ ਵਰਕਰ ਨੂੰ ਜ਼ਖਮੀ ਕਰਨ ਉਪਰੰਤ ਉਸ ਪਾਸੋਂ 8 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ। ਜਾਣਕਾਰੀ ਅਨੁਸਾਰ ਕੰਗਨਵਾਲ ਸਥਿਤ ਆਦਿਨਾਥ ਫੈਕਟਰੀ ਵਿੱਚ ਕੰਮ ਕਰਦੇ ਉਪਿੰਦਰ ਗੁਪਤਾ ਕਿਸੇ ਪਾਰਟੀ ਤੋਂ ਨਕਦੀ ਲੈ ਕੇ ਵਾਪਸ ਕੰਗਨਵਾਲ ਜਾ ਰਿਹਾ ਸੀ। ਜਦੋਂ ਉਹ ਪ੍ਰਤਾਪ ਚੌਂਕ ਦੇ ਨੇੜੇ ਪਹੁੰਚਿਆ ਤਾਂ 2 ਮੋਟਰਸਾਈਕਲਾਂ ਤੇ ਸਵਾਰ 4 ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਨਕਦੀ ਵਾਲੇ ਬੈਗ ਦੀ ਮੰਗ ਕੀਤੀ। ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇੱਕ ਲੁਟੇਰੇ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ, ਜਦਕਿ ਦੂਸਰੇ ਨੇ ਦਾਤ ਨਾਲ ਹਮਲਾ ਕਰ ਦਿੱਤਾ। ਇਹ ਲੁਟੇਰੇ ਭੁਪਿੰਦਰ ਗੁਪਤਾ ਦਾ ਨਕਦੀ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ ਨੇ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ। ਜ਼ਿਲ੍ਹਾ ਕਪੂਰਥਲਾ 'ਚ 2 ਨੌਜਵਾਨਾਂ ਵੱਲੋਂ ਇੱਕ ਲੜਕੀ ਨਾਲ ਗਨ ਪੁਆਇੰਟ ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਇਤਰਾਜ਼ਯੋਗ ਵੀਡੀਓ ਵੀ ਬਣਾਈ ਗਈ ਹੈ। ਇਸ ਮਾਮਲੇ ਵਿੱਚ ਪੀੜਤ ਨੇ ਕਿਹਾ ਕਿ ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਨੂੰ ਡਰਾਇਆ ਧਮਕਾਇਆ। ਜਦੋਂ ਉਸਨੇ ਘਰ ਜਾ ਕੇ ਗੱਲ ਦੱਸੀ ਤਾਂ ਨੌਜਵਾਨਾਂ ਨੇ ਉਹਨਾਂ ਦੇ ਘਰ ਆ ਕੇ ਉਸ ਦੇ ਪਰਿਵਾਰ ਤੇ ਹਮਲਾ ਕੀਤਾ, ਜਿਸ ਵਿੱਚ ਕਈ ਜਣੇ ਜ਼ਖਮੀ ਹੋਏ ਨੇ। ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮਸ਼ਹੂਰ ਗਾਇਕ ਹਾਰਡੀ ਸੰਧੂ ਨਤਮਸਤਕ ਹੋਣ ਲਈ ਪਹੁੰਚੇ ਨੇ। ਇੱਥੇ ਜਿੱਥੇ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ, ਉੱਥੇ ਹੀ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਸਿੱਖ ਆਗੂ ਹਰਮੀਤ ਸਿੰਘ ਖਾਨਪੁਰੀ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪਹੁੰਚੇ ਨੇ, ਜਿੱਥੇ ਉਹਨਾਂ ਮੱਥਾ ਟੇਕਿਆ। ਇਸ ਮੌਕੇ ਉਹਨਾਂ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਚਮੋਲੀ 'ਚ ਇੱਕ ਹਿੰਦੂ ਪਰਿਵਾਰ ਵੱਲੋਂ ਰੱਖੇ ਗਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥ ਲਿਖਤ ਪੁਰਾਤਨ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਦਾ ਮਾਮਲਾ ਚੁੱਕਿਆ। ਪਟਨਾ ਸਾਹਿਬ ਬੋਰਡ ਦੇ ਮੈਂਬਰ ਜਗਜੋਤ ਸਿੰਘ ਦੀ ਮਦਦ ਨਾਲ ਪਾਵਨ ਸਰੂਪ ਰੱਖਣ ਵਾਲੇ ਤੱਕ ਪਹੁੰਚ ਕੀਤੀ ਹੈ ਤੇ ਉਸ ਦੀ ਸੇਵਾ ਸੰਭਾਲ ਖੁਦ ਕੀਤੀ ਹੈ। ਇਸ ਮੌਕੇ ਉਹਨਾਂ ਨੇ ਕੀ ਕਿਹਾ, ਤੁਸੀਂ ਵੀ ਖੁਦ ਸੁਣੋ। ਅੱਜ ਅਸੀਂ ਦਰਬਾਰ ਸਾਹਿਬ ਖੜੇ ਹੈਗੇ ਪਟਨਾ ਸਾਹਿਬ। ਇੱਥੇ ਆਉਣ ਦਾ ਸਾਡਾ ਸਬਬ ਹੋਇਆ ਸੀਗਾ ਕਿ ਇੱਕ ਚਮੋਲੀ ਦੀ ਧਰਤੀ ਤੇ ਯੂਪੀ ਦੇ ਅੰਦਰ ਇੱਕ ਪੰਡਤ ਜੀ ਹੈਗੇ ਆ, ਜਿਨ੍ਹਾਂ ਨੇ ਉੱਥੇ 400 ਸਾਲ ਪੁਰਾਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥ ਦਾ ਲਿਖਾ ਆਦਿ ਗ੍ਰੰਥ ਰੱਖਿਆ ਹੋਇਆ। ਉਹ ਬੜੇ ਹੱਟਕਰਮੀ ਨਾਲ ਉਹਨਾਂ ਨੇ ਰੱਖਿਆ ਹੋਇਆ ਕਿ ਨਾ ਉਹ ਕਿਸੇ ਨੂੰ ਦਿਖਾਉਣ ਦਿੰਦੇ ਨਾ ਕੁਝ ਕਰਦੇ। ਇਹੋ ਜਿਹਾ ਆਲਮ ਹੋ ਗਿਆ ਕਿ ਉਸ ਪਿੰਡ ਦੇ ਅੰਦਰ ਅਗਰ ਕੋਈ ਸਰਦਾਰ ਜਾਂਦਾ ਵੀ ਆ ਤੇ 200 ਮੀਟਰ ਪਹਿਲਾਂ ਉਹਨੂੰ ਫੜ ਲਿੱਤਾ ਜਾਂਦਾ ਤੇ ਉਹਨੂੰ ਗਾਹਾਂ ਜਾਇਆ ਨਹੀਂ ਜਾਣ ਦਿੰਦਾ। ਔਰ ਇਹ ਹੋਇਆ ਵੀ ਸੀ ਕਿ ਕੁਝ ਪਿੱਛੇ ਵੀਰ ਸਾਡੇ ਆਏ ਸੀਗੇ ਪੰਜਾਬ ਤੋਂ, ਉਹਨਾਂ ਨੇ ਕਿਰਪਾਨ ਦੇ ਜੋੜ ਤੇ ਉਹ ਸਰੂਪ ਆਪਣੇ ਸਿਰ ਤੇ ਰੱਖ ਕੇ ਦੌੜਨ ਦੀ ਕੀਤੀ। ਮਗਰ ਇਹੋ ਜਿਹੀ ਹਰਕਤਾਂ ਦੇ ਨਾਲ ਉੱਥੇ ਜਿਹੜੀ ਮਹਾਰਾਜ ਦੀ ਵੀ ਅਵੱਗਿਆ ਹੋਈ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਬਾਣਾ ਸੀਗਾ ਉਹ ਵੀ ਇੱਕ ਕੁਐਸਚਨ ਦੇ 'ਚ ਆ ਗਿਆ। ਅਸੀਂ ਫਿਰ ਮੈਂ ਆਪਣੇ ਵੱਡੇ ਭਾਈ ਸਾਹਿਬ ਸੋਹੀ ਸਾਹਿਬ ਨੂੰ ਰਾਬਤਾ ਕੀਤਾ ਦਿੱਲੀ ਤੋਂ, ਮੇਰੇ ਹਰਪ੍ਰੀਤ ਵੀਰ ਜੀ ਵੱਡੇ ਭਾਈ ਸਾਹਿਬ ਸਾਰੇ ਸੋਹੀ ਸਾਹਿਬ ਕੋਲ ਆ ਕੇ ਸਾਨੂੰ ਸਾਰੇ ਦੇ ਸਾਰੀ ਇੱਕ ਪ੍ਰੋਟੋਕੋਲ ਮਿਲਿਆ, ਜਿਹਦੇ ਅੰਦਰ ਅਸੀਂ ਪਹਿਲਾਂ ਇੱਥੇ DIG ਪਟਨਾ ਉਹਨਾਂ ਨਾਲ ਸੰਪਰਕ ਕੀਤਾ ਸੋਹੀ ਸਾਹਿਬ ਨੇ, ਫਿਰ ਉੱਥੋਂ ਦੀ SP ਬਬੂਆ ਉਹਨਾਂ ਨਾਲ ਕਰਵਾਇਆ, ਫਿਰ ਉੱਥੋਂ ਦੀ ਉਹਨਾਂ ਨੇ ਸਾਨੂੰ ਉੱਥੋਂ ਦੇ SHO ਸਾਹਿਬ ਨੇ ਕਰਾਇਆ, ਫਿਰ ਉੱਥੋਂ ਦੀ SP ਚਮੋਲੀ, ਫਿਰ ਉੱਥੋਂ ਦੀ SP DM ਉੱਥੋਂ ਦੇ। ਇਹਨਾਂ ਸਾਰਿਆਂ ਨੂੰ ਮਿਲਦੇ ਹੋਏ ਅਸੀਂ ਫਿਰ SHO ਪਹੁੰਚੇ ਉੱਥੇ ਸੈਯਦ ਰਜ਼ਾ ਗਾਉਂ ਹੈਗਾ, ਉੱਥੋਂ ਦੀ ਜਾ ਕੇ ਜਦੋਂ ਪਹੁੰਚੇ ਤੇ
ਇਸ ਸਾਰੇ ਪ੍ਰੋਟੋਕੋਲ ਨਾਲ ਸਾਨੂੰ ਪੁਲਿਸ ਦੀ ਸੰਰਕਸ਼ਣ ਵਿੱਚ ਉਸ ਸਰੂਪ ਤੱਕ ਲੈ ਕੇ ਜਾਇਆ ਗਿਆ। ਫੋਟੋਗ੍ਰਾਫੀ ਉਹਨਾਂ ਨੇ ਬਿਲਕੁਲ ਹੀ ਪ੍ਰੋਹਿਬਿਟ ਕਰਤੀ ਕਿ ਸਾਨੂੰ ਕੁਝ ਨਹੀਂ ਲੈਣ ਦਿੱਤਾ। ਅੱਧਾ ਘੰਟਾ ਅਸੀਂ ਸਰੂਪ ਨੂੰ ਦੇਖਿਆ ਆਪਣੇ ਹੱਥ ਨਾਲ, ਜਿੰਨੀ ਕੁ ਮੇਰੀ ਸਮਝ ਹੈ, ਜਿੰਨੀ ਮੰਦਬੁੱਧੀ ਦੇ ਨਾਲ ਮੈਂ ਉਹਨੂੰ ਟਟੋਲਣ ਦੀ ਕੋਸ਼ਿਸ਼ ਕੀਤੀ ਸਰੂਪ ਦੇ ਬਾਰੇ। ਉਹ ਸਰੂਪ ਜਾਪਦਾ ਸੀਗਾ ਹਸਤ ਲਿਖਤ ਹੈ। ਗਾਹਾਂ ਮੈਂ ਸੋਈ ਸਾਹਿਬ ਨਾਲ ਇਹੋ ਗੱਲ ਕਰਨ ਆਇਆ ਸੀਗਾ ਕਿ ਆਪਾਂ ਥੋੜ੍ਹਾ ਜਿਹਾ ਹੋਰ ਮੋਰਚਾ ਲਾ ਕੇ ਇੱਥੇ ਬਿਠਾ ਕੇ ਜਿਹੜੇ ਇੱਥੋਂ ਦੇ ਵਿਦਵਾਨ ਹੈ ਉਹਨਾਂ ਦੇ ਅੱਗੇ ਸਰੂਪ ਰੱਖ ਕੇ ਪੂਰਾ ਵਿਰਾਜਮਾਨ ਕਰਕੇ ਇਹਦੀ ਖੋਜ ਕਰੀਏ। ਅੱਜ ਅਸੀਂ ਦਰਬਾਰ ਸਾਹਿਬ ਖੜੇ ਹੈਗੇ। ਫਿਲਹਾਲ ਇਸ ਪੰਜਾਬੀ ਬੁਲਟਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।